जी आए नूं प्यारे विद्यार्थियों 11th एंड 12th क्लास दी इंग्लिश दी बुक इंग्लिश ग्रामर एंड कंपोजिशन उसका लेसन नंबर 9 चेंज ऑफ नरेशन ਉਹਦੀਆਂ ਐਕਸਰਸਾਈਜ਼ਸ 9 ਐਂਡ 10 ਇसी ਚੈਨਲ ਦੇ ਉੱਤੇ 11th ਇੰਗਲਿਸ਼ ਨਾਮ ਦੀ ਇੱਕ ਹੋਰ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਡੀ ਇੰਗਲਿਸ਼ ਦੀ ਬੁੱਕ ਅ ਪੈਨੋਰਾਮਾ ਆਫ ਲਾਈਫ ਉਹਦੇ ਲੈਸਨਸ ਹੱਲ ਕਰਕੇ ਪਾਏ ਜਾ ਰਹੇ ਹਨ ਸੋ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਸਰਸਾਈਜ਼ਸ Exercise 9 change of narration. So mother said, mother ने कहा go ahead and do well in life. अर्थात ਅੱਗੇ ਵਧੋ ਜਾਂ ਜੋ ਤੁਹਾਨੂੰ ਮਨ ਜੇ ਤੁਹਾਡੀ ਰੁਚੀ ਹੈ ਜਿਹੜੇ ਵਿਸ਼ੇ 'ਚ ਉਸ ਅੱਗੇ ਵਧੋ and do well in life ਅਰਥਾਤ ਜ਼ਿੰਦਗੀ ਵਿੱਚ ਨਾਲ ਫਿਰ ਤਰੱਕੀ ਕਰੋ ਸੋ ਇੱਕ ਕਿਸਮ ਦੀ ਪ੍ਰੇਰਨਾ ਹੈ ਹੱਲਾਸ਼ੇਰੀ ਹੈ ਸੋ ਇਹ ਸੈਂਟੈਂਸ ਹੈਗਾ ਜਿਹੜਾ ਇਹ ਇੰਪੈਰੇਟਿਵ ਸੈਂਟੈਂਸ ਹੈਗਾ ਸੋ ਇਹਦਾ ਇੱਦਾਂ ਬਣਾਵਾਂਗੇ ਮਦਰ ਇਨਕਰੇਜਡ ਮੀ ਟੂ ਗੋ ਅਹੈਡ ਐਂਡ ਡੂ ਵੈਲ ਇਨ ਲਾਈਫ ਅਰਥਾਤ ਮੇਰੀ ਮਾਤਾ ਜੀ ਨੇ ਮੈਨੂੰ ਅੱਗੇ ਵਧਣ ਲਈ ਅਤੇ ਜ਼ਿੰਦਗੀ 'ਚ ਵਧੀਆ ਕਰਨ ਲਈ ਮੈਨੂੰ ਹੱਲਾਸ਼ੇਰੀ ਦਿੱਤੀ ਇੱਥੇ ਇਨਕਰੇਜ ਦੀ ਜਗ੍ਹਾ ਤੁਸੀਂ ਇੰਸਪਾਇਰਡ ਵੀ ਲਿਖ ਸਕਦੇ ਹੋ ਜਾਂ ਅਰਜਡ ਵੀ ਲਿਖ ਸਕਦੇ ਹੋ ਨਜਡ ਵੀ ਲਿਖ ਸਕਦੇ ਹੋ ਇਨਕਰੇਜਡ ਕਿਉਂਕਿ ਸਧਾਰਨ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਤੇ ਅਸੀਂ ਵਰਤ ਸਕਦੇ ਹਾਂ ਨਜਡ ਅਰਜਡ ਇੰਸਪਾਇਰਡ ਇਹ ਸ਼ਬਦ ਹੀ ਵਰਤੇ ਜਾ ਸਕਦੇ ਨੇ ਠੀਕ ਹੈ ਸੋ ਹੀ ਸੈਡ ਡੂ ਇਟ ਐਟ ਵੰਸ ਉਹਨੇ ਕਿਹਾ ਇਹਨੂੰ ਹੁਣੇ ਕਰੋ ਸੋ ਇੱਕ ਕਿਸਮ ਦਾ ਆਰਡਰ ਹੈਗਾ ਹੀ ਆਰਡਰਡ ਮੀ ਟੂ ਡੂ ਦੈਟ ਇਟ ਦਾ ਬਣੇਗਾ ਦੈਟ ਐਟ ਵੰਸ ਠੀਕ ਹੈ ਯੂ ਸੈਡ ਟੂ ਅਸ ਤੁਸੀਂ ਸਾਨੂੰ ਕਿਹਾ ਵਾਈ ਵਰ ਦੇ ਕੁਅਰਲਿੰਗ ਐਟ ਨਾਈਟ ਉਹ ਰਾਤ ਨੂੰ ਕਿਉਂ ਲੜਦੇ ਪਏ ਸੀ ਸੋ ਵਰ ਕੁਅਰਲਿੰਗ ਦਾ ਬਣ ਜਾਏਗਾ ਹੈਡ ਬੀਨ ਕੁਅਰਲਿੰਗ ਠੀਕ ਹੈ ਸਵਾਲ ਹੈਗਾ ਸੋ ਯੂ ਆਸਕਡ ਅਸ ਵਾਈ ਦੇ ਹੈਡ ਬੀਨ ਕੁਅਰਲਿੰਗ ਐਟ ਨਾਈਟ ਠੀਕ ਹੈ ਹਰ ਸਿਸਟਰ ਸੈਡ ਉਹਦੀ ਭੈਣ ਨੇ ਕਿਹਾ ਹਾਊ ਸਟੂਪਿਡ ਯੂ ਆਰ ਤੂੰ ਕਿੰਨੀ ਬੇਵਕੂਫ ਹੈ ਹਰ ਸਿਸਟਰ ਐਕਸਕਲੇਮਡ ਦੈਟ ਸ਼ੀ ਵਾਜ਼ ਵੈਰੀ ਸਟੂਪਿਡ ਕਿਉਂਕਿ ਇੱਥੇ ਵਿਸਮਕ ਚਿੰਨ੍ਹ ਹੈਗਾ ਸੋ ਐਕਸਕਲੇਮਡ ਠੀਕ ਹੈ ਅੱਗੇ ਚਲੀਏ ਹੀ ਸੈਡ ਆਈ ਮਸਟ ਵਿਨ ਦੀ ਪ੍ਰਾਈਜ਼ ਉਹਨੇ ਕਿਹਾ ਮੈਂ ਇਨਾਮ ਜ਼ਰੂਰ ਜਿੱਤਣਾ ਹੈ ਸੋ ਹੀ ਸੈਡ ਦੈਟ ਹੀ ਹੈਡ ਟੂ ਵਿਨ ਦਾ ਪ੍ਰਾਈਜ਼ ਸੋ ਮਸਟ ਦੀ ਜਗ੍ਹਾ ਹੈਡ ਟੂ ਲਿਖ ਸਕਦੇ ਹਾਂ ਜਾਂ ਮਸਟ ਵੀ ਰਹਿਣ ਦੇ ਸਕਦੇ ਹਾਂ ਸੋ ਇਹਨੂੰ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੀ ਸੈਡ ਦੈਟ ਹੀ ਮਸਟ ਵਿਨ ਦਾ ਪ੍ਰਾਈਜ਼ ਦੋਨੋਂ ਜਿਹੜੇ ਸਿੰਟੈਕਸ ਹੈ ਦੋਨੋਂ ਜਿਹੜੇ ਢਾਂਚੇ ਨੇ ਸੈਂਟੈਂਸ ਦੇ ਉਹ ਪ੍ਰਵਾਨ ਨੇ ਸੋਨਮ ਸੈਡ ਟੂ ਹਰ ਮਦਰ ਸੋਨਮ ਨੇ ਆਪਣੀ ਮਾਤਾ ਜੀ ਨੂੰ ਕਿਹਾ ਵੇਅਰ ਆਰ ਦਾ ਕੀਜ਼ ਚਾਬੀਆਂ ਕਿੱਥੇ ਹਨ ਸੋਨਮ ਆਸਕਡ ਹਰ ਮਦਰ ਵੇਅਰ ਵਰ ਦਾ ਕੀਜ਼ ਠੀਕ ਹੈ We wish them success in life ਹੁਣ ਇਹ ਬੱਚੋ ਕੀ ਹੈਗਾ ਇਹ ਹੈਗਾ indirect speech ਤੇ ਇਹਨੂੰ ਅਸੀਂ indirect speech ਵਿੱਚ ਕਨਵਰਟ ਕਰਾਂਗੇ ਜਿਹਨੂੰ ਅਸੀਂ ਦੋ ਢੰਗ ਦੇ ਨਾਲ ਕਰ ਸਕਦੇ ਹਾਂ so we wish them ਹੈਗਾ so we said to them may you have success in life ਠੀਕ ਹੈ ਇੱਦਾਂ ਕਹਿ ਸਕਦੇ ਹਾਂ ਕਿਉਂਕਿ may you have success in life ਇਹ ਇੱਕ ਕਾਮਨਾ ਹੈਗੀ ਹੈ so we said to them ਅਸੀਂ ਉਹਨਾਂ ਨੂੰ ਕਿਹਾ may you succeed in life so success noun ਹੈਗਾ succeed ਵਰਬ ਹੈਗਾ ਸੋ ਮਤਲਬ ਦੋਨਾਂ ਦਾ ਇੱਕ ਹੈ ਪਰ ਦੋਨੋਂ ਕਹਿਣ ਦੇ ਢੰਗ ਵੱਖ-ਵੱਖ ਹੈਗੇ ਨੇ ਤੁਸੀਂ may you have success in life ਵੀ ਲਿਖ ਸਕਦੇ ਹੋ may you succeed in life ਵੀ ਲਿਖ ਸਕਦੇ ਹੋ The fox said how clever I am ਲੂੰਬੜੀ ਨੇ ਕਿਹਾ ਮੈਂ ਕਿੰਨੀ ਸਿਆਣੀ ਹਾਂ ਮੈਂ ਕਿੰਨੀ ਚਲਾਕ ਹਾਂ The fox exclaimed that she was very clever The principal said to the students you should always respect your ਟੀਚਰਸ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਿਹਾ ਤੁਹਾਨੂੰ ਆਪਣੇ ਅਧਿਆਪਕਾਂ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ ਸੋ ਇਹ ਕਿਸਮ ਦੀ ਸਲਾਹ ਹੈਗੀ ਹੈ ਸੋ ਦੀ ਪ੍ਰਿੰਸੀਪਲ ਐਡਵਾਈਜ਼ਡ ਦੀ ਸਟੂਡੈਂਟਸ ਦੈਟ ਦੇ ਸ਼ੁੱਡ ਆਲਵੇਜ਼ ਰਿਸਪੈਕਟ ਦੇਅਰ ਟੀਚਰਸ ਵਾਟ ਅ ਲਵਲੀ ਫਲਾਵਰ ਆਈ ਸੈਡ ਹਾਏ ਕਿੰਨਾ ਸੋਹਣਾ ਫੁੱਲ ਹੈ ਮੈਂ ਕਿਹਾ ਸੋ ਵਿਸਮਕ ਚਿੰਨ੍ਹ ਹੈਗਾ ਇੱਥੇ ਆਈ ਐਕਸਕਲੇਮਡ ਦੈਟ ਇਟ ਵਾਜ਼ ਅ ਲਵਲੀ ਫਲਾਵਰ ਜੇ ਅਸੀਂ ਵੈਰੀ ਲਵਲੀ ਲਿਖਦੇ ਹਾਂ ਤਾਂ ਥੋੜਾ ਅਜੀਬ ਜਿਹਾ ਲੱਗਦਾ ਸੋ ਕਿਉਂਕਿ ਇੱਥੇ ਐਕਸਕਲੇਮਡ ਆਈ ਹੈ ਤਾਂ ਲਵਲੀ ਆਪਣੇ ਆਪ ਵਿੱਚ ਹੀ ਬਹੁਤ ਸੋਹਣਾ ਸੋ ਆਈ ਐਕਸਕਲੇਮਡ ਦੈਟ ਇਟ ਵਾਜ਼ ਅ ਲਵਲੀ ਫਲਾਵਰ ਐਕਸਰਸਾਈਜ਼ ਨੰਬਰ 10 ਆਈ ਸੈਡ ਟੂ ਹਰ ਮੈਂ ਉਹਨੂੰ ਕਿਹਾ ਆਰ ਯੂ ਕੰਫਰਟੇਬਲ ਨਾਓ ਕਿ ਹੁਣ ਤੁਸੀਂ ਮਤਲਬ ਕਿ ਆਰਾਮ ਵਿੱਚ ਹੋ ਹੁਣ ਤੁਸੀਂ ਤੁਹਾਨੂੰ ਕੋਈ ਤੰਗੀ ਪਰੇਸ਼ਾਨੀ ਤੇ ਨਹੀਂ ਆਈ ਆਸਕਡ ਹਰ if she was comfortable then now ਦਾ ਬਣ ਜਾਏਗਾ then ਤੇ are you ਦਾ ਬਣ ਜਾਏਗਾ if she was ਠੀਕ ਹੈ he said to me you can trust me
ਉਹਨੇ ਮੈਨੂੰ ਕਿਹਾ you can trust me, ਤੂੰ ਮੇਰੇ ਤੇ ਭਰੋਸਾ ਕਰ ਸਕਦਾ ਹੈ। he told me that I could trust him, ਉਹਨੇ ਮੈਨੂੰ ਕਿਹਾ ਕਿ ਮੈਂ ਉਹਦੇ ਤੇ ਭਰੋਸਾ ਕਰ ਸਕਦਾ ਸੀ। ਕਿਉਂਕਿ ਇੱਥੇ he said past tense ਹੈਗਾ ਨਾ, ਸੋ ਇੱਥੇ can ਦਾ could ਬਣ ਜਾਏਗਾ। he said to Sonam whose car is that, ਉਹਨੇ ਸੋਨਮ ਨੂੰ ਕਿਹਾ ਇਹ ਉਹ ਕਿਹਦੀ ਕਾਰ ਹੈ। he asked Sonam whose car that was, ਠੀਕ ਹੈ। ਸੋ ਮਨੀ said to Simi, ਹੁਣ ਮਨੀ ਦਾ ਮਤਲਬ ਤੇ ਪੈਸਾ ਵੀ ਹੁੰਦਾ ਪਰ ਇੱਥੇ ਮਨੀ ਕਿਸੇ ਬੰਦੇ ਦਾ ਨਾਂ ਹੈ। ਸੋ ਮਨੀ said to Simi I am going to Jaipur tomorrow, ਮੈਂ ਕੱਲ ਜੈਪੁਰ ਜਾ ਰਿਹਾ ਹਾਂ। Mani told Simi that he was going to Jaipur the next day, ठीक है। tomorrow ਦਾ ਬਣ ਜਾਏਗਾ next day। ਮਾਨਵ said to Hari, ਮਾਨਵ ਨੇ ਹਰੀ ਨੂੰ ਕਿਹਾ please lend me some money, ਕਿਰਪਾ ਕਰਕੇ ਮੈਨੂੰ ਕੁਝ ਪੈਸਾ ਉਧਾਰ ਦੇ ਦੇ। ਸੋ ਰਿਕੁਐਸਟ ਆ ਜਾਏਗਾ ਕਿਉਂਕਿ ਪਲੀਜ਼ ਹੈ। ਮਨੀ ਰਿਕੁਐਸਟਡ ਹਰੀ ਟੂ ਲੈਂਡ ਹਿਮ ਸਮ ਮਨੀ, ਮਨੀ ਨੇ ਹਰੀ ਨੂੰ ਉਸਨੂੰ ਕੁਝ ਪੈਸਾ ਉਧਾਰ ਦੇਣ ਲਈ ਬੇਨਤੀ ਕੀਤੀ, ਠੀਕ ਹੈ। I said to him, ਮੈਂ ਉਹਨੂੰ ਕਿਹਾ let's go to the cinema tonight, ਮੈਂ ਉਹਨੂੰ ਕਿਹਾ ਚੱਲ ਅੱਜ ਰਾਤੀ ਸਿਨੇਮਾ ਹਾਲ ਚਲੀਏ, ਫਿਲਮ ਦੇਖਣ ਚਲੀਏ। I proposed to him that we should go to the cinema that night, tonight ਦਾ ਬਣ ਜਾਏਗਾ that night, ਕਿਉਂਕਿ let us go ਇਹ ਇੱਕ ਕਿਸਮ ਦਾ ਪ੍ਰਸਤਾਵ ਹੈਗਾ, ਵਿਚਾਰ ਹੈਗਾ। ਸੋ ਪ੍ਰਪੋਜ਼ਡ ਆ ਜਾਏਗਾ, ਪ੍ਰਪੋਜ਼ਲ ਹੁੰਦਾ ਸੁਝਾਅ ਰੱਖਣਾ। ਸੋ we should ਸਾਨੂੰ ਜਾਣਾ ਚਾਹੀਦਾ ਹੈ, ਠੀਕ ਹੈ। ਸੋ ਇਹਦੇ ਪ੍ਰਪੋਜ਼ ਤੇ ਇੱਥੇ should, ਲੈਟ ਦੀ ਜਗ੍ਹਾ ਇਹ ਸਭ ਆ ਜਾਏਗਾ। ਲੈਟ ਕਰਕੇ let us go ਕਰਕੇ ਇੱਥੇ ਪ੍ਰਪੋਜ਼ਡ ਤੇ we should go, ਠੀਕ ਹੈ। he said to me let me know if I can do something for you, ਉਹਨੇ ਮੈਨੂੰ ਕਿਹਾ, ਫਿਰ ਨੋਟਡ ਕੋਮਾ, ਮੈਨੂੰ ਦੱਸ ਕਿ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਜਾਂ ਮੈਂ ਤੇਰੇ ਲਈ ਕੁਝ ਕਰ ਸਕਦਾ ਹਾਂ ਤੇ ਮੈਨੂੰ ਦੱਸ। ਸੋ he told me to let him know if he could do something for me, ਤੈਨੂੰ ਇਸ ਤਰ੍ਹਾਂ ਲਿਖਾਂਗੇ, ਠੀਕ ਹੈ। ਇਹ ਬੱਚੋ ਸਾਰੀ ਗੱਲਾਂ ਨੂੰ ਤੁਸੀਂ ਜਦ ਤੱਕ ਆਪਣੇ ਆਪ ਅਭਿਆਸ ਨਹੀਂ ਕਰੋਗੇ ਤਦ ਤੱਕ ਗੱਲ ਨਹੀਂ ਬਣੇਗੀ। ਸੋ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਦਾ, ਸਿਰਫ ਵੀਡੀਓ ਨੂੰ ਦੇਖ ਕੇ ਸੁਣ ਕੇ ਤਸੱਲੀ ਨਹੀਂ ਕਰ ਲੈਣੀ, ਵੀਡੀਓ ਨੂੰ ਪੌਜ਼ ਕਰ ਕਰਕੇ ਇਹ ਸਾਰੀ ਗੱਲਾਂ ਨੂੰ ਨੋਟ ਕਰੀ ਜਾਓ। ਜੇ ਇੱਕ ਵਾਰ ਨੋਟ ਕਰ ਲਓਗੇ ਫਿਰ ਤੁਹਾਨੂੰ ਮੁੜ ਕੇ ਵੀਡੀਓ ਦੇਖਣ ਦੀ ਲੋੜ ਨਹੀਂ ਹੈਗੀ, ਤੇ ਮਗਰੋਂ ਦੀ ਰਫ ਪੇਜ ਤੇ ਤੁਸੀਂ ਫਿਰ ਸਾਰੀਆਂ ਐਕਸਰਸਾਈਜ਼ ਨੂੰ ਬਿਨਾਂ ਦੇਖੇ ਆਪ ਕਰੋ ਤੇ ਆਪਣੇ ਆਨਸਰਸ ਦਾ ਮਿਲਾਨ ਕਰੋ, ਠੀਕ ਹੈ। The officer said march forward boys, ਆਫੀਸਰ ਨੇ ਕਿਹਾ ਮੁੰਡਿਓ ਅੱਗੇ ਵਧੋ, ਮਾਰਚ ਫਾਰਵਰਡ, ਠੀਕ ਹੈ। ਸੋ ਇੱਥੇ ਕਿਉਂਕਿ ਇਹ ਆਫੀਸਰ ਕਹਿ ਰਿਹਾ, ਮੁੰਡਿਆਂ ਨੂੰ ਕਹਿ ਰਿਹਾ, ਅੰਡਰਸਟੂਡ ਹੈ ਕਿ ਅਫਸਰ ਕੋਈ ਫੌਜ ਦਾ ਹੈਗਾ ਤੇ ਮੁੰਡੇ ਜਿਹੜੇ ਨੇ ਉਹਦੇ ਸਪਾਈ ਨੇ, ਫੌਜੀ ਨੇ। ਸੋ ਆਰਡਰ ਆਏਗਾ ਇੱਥੇ ਦੀ ਆਫੀਸਰ ਆਰਡਰਡ ਦੀ ਬॉयਜ਼ ਟੂ ਮਾਰਚ ਫਾਰਵਰਡ, ਆਰਡਰਡ ਦੀ ਜਗ੍ਹਾ ਤੁਸੀਂ ਕਮਾਂਡਡ ਵੀ ਲਿਖ ਸਕਦੇ ਹੋ। ਦੀ ਆਫੀਸਰ ਕਮਾਂਡਡ ਦੀ ਬॉयਜ਼ ਟੂ ਮਾਰਚ ਫਾਰਵਰਡ, ਕਮਾਂਡ ਮੈਨੇ ਵੀ ਆਰਡਰ ਦੇਣਾ ਹੈ, ਆਰਡਰ ਮੈਨੇ ਵੀ ਆਰਡਰ ਦੇਣਾ ਹੈ, ਠੀਕ ਹੈ। ਫਿਰ ਆ ਗਿਆ 9ਵਾਂ, ਦੀ ਗੁਰੂ ਸੈਡ ਡੂ ਗੁੱਡ ਐਂਡ ਐਕਸਪੈਕਟ ਨਥਿੰਗ ਇਨ ਰਿਟਰਨ, ਅਰਥਾਤ ਗੁਰੂ ਨੇ ਆਖਿਆ ਚੰਗਾ ਕਰੋ ਤੇ ਉਹਦੇ ਇਵਜ ਵਿੱਚ, ਉਹਦੇ ਬਦਲੇ ਵਿੱਚ ਕਿਸੇ ਚੀਜ਼ ਦੀ ਆਸ ਨਾ ਰੱਖੋ, ਠੀਕ ਹੈ। ਸੋ ਇਹਨੂੰ ਇੱਦਾਂ ਕਰਾਂਗੇ ਕਿਉਂਕਿ ਬੱਚੋ ਇਹ ਦੇਖੋ ਇਹ ਇੰਪੈਰੇਟਿਵ ਹੈਗਾ, ਇੱਥੇ ਅਸੀਂ ਐਡਵਾਈਸ ਨਹੀਂ ਵਰਤਾਂਗੇ ਕਿਉਂਕਿ ਗੁਰੂ ਦੀ ਵਰਤਾ ਆ ਰਿਹਾ, ਸੋ ਇਹਦਾ ਮਤਲਬ ਕੋਈ ਬੰਦਾ ਉਪਦੇਸ਼ ਦੇ ਰਿਹਾ। ਸੋ ਉਪਦੇਸ਼ ਵਾਸਤੇ ਅਸੀਂ ਸ਼ਬਦ ਵਰਤਦੇ ਹਾਂ ਪ੍ਰੀਚ, ਵਿਖਿਆਨ ਕਰਨਾ, ਮਤਲਬ ਵਿਖਿਆਨ ਤੇ ਨਹੀਂ ਕਰਨਾ, ਜਿੱਦਾਂ ਅਸੀਂ ਕਹਿੰਦੇ ਵੀ ਪ੍ਰਵਚਨ ਦੇਣੇ ਜਾਂ ਉਪਦੇਸ਼ ਦੇਣੇ। ਜਦੋਂ ਕੋਈ ਧਾਰਮਿਕ ਬੰਦਾ ਕੋਈ ਉਪਦੇਸ਼ ਦਿੰਦਾ ਫਿਰ ਅਸੀਂ ਸ਼ਬਦ ਵਰਤਦੇ ਹਾਂ ਪ੍ਰੀਚ, ਤੇ ਇੱਕ ਹੁੰਦਾ ਸਰਮਨਾਈਜ਼ਡ। ਸਰਮਨ ਜਿਹੜਾ SERMON ਸ਼ਬਦ ਹੈ ਉਹ ਆਪਣੇ ਆਪ ਵਿੱਚ ਨਾਊਨ ਹੈਗਾ, ਉਹਨੂੰ ਕਿਹਾ ਜਾਂਦਾ ਹੈ ਧਾਰਮਿਕ ਉਪਦੇਸ਼, ਲੈਕਚਰ, ਤੇ ਸਰਮਨਾਈਜ਼ ਉਪਦੇਸ਼ ਦੇਣਾ। ਸੋ ਪ੍ਰੀਚ ਦਾ ਦੂਜਾ ਸ਼ਬਦ ਸਰਮਨਾਈਜ਼ ਹੈਗਾ। ਸੋ ਦੀ ਗੁਰੂ ਪ੍ਰੀਚਡ, ਕਾਹਦਾ ਪ੍ਰੀਚ? ਟੂ ਡੂ ਗੁੱਡ ਐਂਡ ਐਕਸਪੈਕਟ ਨਥਿੰਗ ਇਨ ਰਿਟਰਨ, ਬੜਾ ਸਿੰਪਲ ਹੈ। ਸੋ ਦੀ ਗੁਰੂ ਸਰਮਨਾਈਜ਼ਡ ਟੂ ਡੂ ਗੁੱਡ ਐਂਡ ਐਕਸਪੈਕਟ ਨਥਿੰਗ ਇਨ ਰਿਟਰਨ, ਇਹਨੂੰ ਇਹਦਾ ਦੋ ਤਰੀਕੇ ਨਾਲ ਲਿਖ ਸਕਦੇ ਹਾਂ। ਹੀ ਸੈਡ ਇਫ ਆਈ ਵਰ ਅ ਕਿੰਗ, ਉਹਨੇ ਕਿਹਾ ਕਾਸ਼ ਮੈਂ ਕਿਤੇ ਰਾਜਾ ਹੁੰਦਾ। ਸੋ ਇਹਨੂੰ ਸਿੰਪਲ ਇੱਦਾਂ ਕਰਾਂਗੇ, ਹੀ ਵਿਸ਼ਡ ਦੈਟ ਹੀ ਹੈਡ ਬੀਨ ਅ ਕਿੰਗ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ਿਸ 9 ਅਤੇ 10 ਟੋਟਲ 15 ਐਕਸਰਸਾਈਜ਼ਿਸ ਨੇ, ਤੇ ਹਰ ਐਕਸਰਸਾਈਜ਼ 10 ਸੈਂਟੈਂਸ ਨੇ, 15 ਗੁਣਾ 10 150, ਤੇ ਬੱਚੇ ਬੜੀ ਕਮਾਲ ਦੀ ਗੱਲ ਹੈ, 150 ਸੈਂਟੈਂਸਿਸ ਦਾ ਅਭਿਆਸ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ ਜੇ ਤੁਸੀਂ ਕਰ ਲੋਗੇ। ਤੇ ਅੰਗਰੇਜ਼ੀ ਦੇ ਬਾਰੇ ਤੁਹਾਡਾ ਜਿਹੜਾ ਸਵੈ ਭਰੋਸਾ ਹੈ, ਕੌਨਫੀਡੈਂਸ ਹੈ, ਬਹੁਤ ਵੱਧ ਜਾਏਗਾ। ਇਹ ਸਾਰੀਆਂ ਜਿਹੜੀਆਂ ਸੈਂਟੈਂਸਿਸ ਨੇ ਲਿਖਣ ਵਿੱਚ ਤੇ ਬੋਲਣ ਵਿੱਚ ਆਮ ਵਰਤੇ ਜਾਣ ਵਾਲੇ ਨੇ, ਤੇ ਇਹਨਾਂ ਨੂੰ ਆਧਾਰ ਬਣਾ ਕੇ ਤੁਸੀਂ ਫਿਰ ਗਾਂਹ ਤੋਂ ਗਾਂਹ ਹੋਰ ਸੈਂਟੈਂਸ ਵੀ ਬਣਾ ਸਕਦੇ ਹੋ। ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਵੋ
ਤੇ ਸਾਰੇ ਐਕਸਰਸਾਈਜ਼ ਨੂੰ ਬੜੇ ਰੀਝ ਦੇ ਨਾਲ ਮਨ ਲਗਾ ਕੇ ਤੁਸੀਂ ਕਰੋ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓਜ਼ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।